ਕੰਪਨੀਆਂ ਨੂੰ ਤਾਂ ਮੈਂ ਇਹੀ ਕਹੂੰਗਾ ਵੀ ਠੱਗੀ ਆਓ। ਸਹੀ। ਹਾਂ, ਜਿੰਨਾ ਠੱਗ ਸਕਦੇ ਆ ਨਾ ਠੱਗ ਲਓ, ਤੁਹਾਡਾ ਟਾਈਮ। ਕਿਉਂ? ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ, ਤੁਹਾਨੂੰ ਕਹਿਣ ਵਾਲਾ ਕੋਈ ਨਹੀਂ। ਠੀਕ। ਕਿਸਾਨਾਂ ਦਾ ਵਾਲੀ ਵਾਰਸ ਕੋਈ ਨਹੀਂ। ਕੰਪਨੀ ਵਾਲੇ ਜਿੰਨਾ ਦਾ ਮਾਰ ਸਕਦੇ ਆ ਮਾਰੋ। ਸਹੀ। ਵੀ ਉਸ ਤੋਂ ਅਸੀਂ ਅੱਜ ਮੌਜੂਦ ਆ ਜੀ ਰਹਿਮੇ ਸ਼ਾਹ ਤੇ ਜਾਨੀ ਪਛਾਣੀ ਸ਼ਖਸੀਅਤ, ਪੰਜਾਬੀ ਪ੍ਰਮੋਟਰ ਔਰ ਪੰਜਾਬੀ ਕਲਚਰ ਨੂੰ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਪ੍ਰਵਾਨ ਚੜਵਾਉਣ ਵਾਲੀ ਹਸਤੀ ਜਿਹੜੇ ਨੇ ਭਾਈ ਅੰਜਮ ਸਰੋਇਆ ਸਾਹਿਬ, ਔਰ ਇਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਦੇ ਆ ਕਿ ਜਿਹੜੀ ਪੰਜਾਬੀ ਜ਼ੁਬਾਨ ਆ ਉਹਦੇ ਤੇ ਗੱਲਬਾਤ ਕਰਦੇ ਆ। ਐਕਸਟਰਨਲ ਫਾਰਮਿੰਗ ਦੇ ਹਵਾਲੇ ਨਾਲ ਭਾਈ ਅੰਜਮ ਸਾਹਿਬ ਨਾਲ ਗੱਲਬਾਤ ਕਰਦੇ ਆ। अस्सलाम वालेकुम अंजम भाई। ਵਾਲੇਕੁਮ ਸਲਾਮ ਜੀ। ਅੰਜਮ ਭਾਈ, ਸਭ ਤੋਂ ਪਹਿਲੇ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਸਾਨੂੰ ਵਕਤ ਦਿੱਤਾ ਤੇ ਸਾਨੂੰ ਜਿਹੜਾ ਵਾ ਉਹ ਅੱਛਾ ਅੰਜਮ ਭਾਈ, ਜਿਹੜੀ ਪੰਜਾਬੀ ਜ਼ੁਬਾਨ ਆ ਸਾਡੀ ਮਾਂ ਬੋਲੀ ਜ਼ੁਬਾਨ ਆ, ਇਹ ਕਿਉਂ ਪਿੱਛੇ ਚਲ ਗਈ ਆ ਸਾਡੇ ਵਿੱਚੋਂ? ਕਿਉਂ ਜਿਹੜਾ ਵਾ ਇਸ ਤੋਂ ਦੂਰ ਹੋ ਗਏ ਲੋਕ? ਕੀ ਵਜ੍ਹਾ ਬਣੀ ਆ? ਸਾਰਿਆਂ ਤੋਂ ਪਹਿਲਾਂ ਤਾਂ ਜੀ ਅਬਦੁਰਰਹਿਮਾਨ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਇੰਨੀ ਦੂਰੋਂ ਟਾਈਮ ਕੱਢ ਕੇ ਖਸੂਸੀ ਸਾਡੇ ਕੋਲ ਤਸ਼ਰੀਫ ਲੈ ਕੇ ਆਏ, ਸਾਨੂੰ ਇੱਜ਼ਤ ਮਾਣ ਦਿੱਤਾ ਤੇ ਤੁਹਾਡੇ ਰੰਧਾਵਾ ਵਲਾਗ ਦੇ ਉੱਤੇ ਤੁਸੀਂ ਸਾਨੂੰ ਮੌਕਾ ਦਿੱਤਾ ਬੋਲਣ ਦਾ, ਤੇ ਬੜੀ ਮਿਹਰਬਾਨੀ ਤੁਹਾਡੀ। ਜੀ ਆਇਆਂ ਨੂੰ, ਸਤ ਬਿਸਮਿਲ੍ਲਾ, ਤੁਹਾਡਾ ਆਣਾ ਸਿਰ ਮੱਥੇ ਤੇ। ਮਾਂ ਬੋਲੀ ਜੀ ਹੁਣ ਪਿੱਛੇ ਕੋਈ ਨਹੀਂ ਹੈ, ਅੱਗੇ ਹੈ ਸੀ ਇਹ ਰੌਲਾ। ਹਾਂਜੀ। ਪਰ ਹੁਣ ਕਹਿ ਲਓ ਵੀ ਰੱਬ ਦੀ ਜ਼ਾਤ ਦਾ ਕੋਈ ਖਾਸ ਕਰਮ ਹੋਇਆ ਵੀ ਹੁਣ ਮਾਂ ਬੋਲੀ ਨਾ ਇਹ ਵੀ ਹੁਣ ਅਗਲੀਆਂ ਜ਼ਬਾਨਾਂ ਦੇ ਵਿੱਚ ਆ। ਹਾਂਜੀ। ਲੋਕ ਇਹਨੂੰ ਇੱਜ਼ਤ ਵੀ ਦੇ ਰਹੇ ਆ। ਲੋਕ ਹੋਰ ਬੋਲੀਆਂ ਛੱਡ ਕੇ ਹੁਣ ਪੰਜਾਬੀ ਬੋਲ ਰਹੇ ਆ। ਹੁਣ ਪੰਜਾਬੀ ਦਾ ਸਵਾਦ ਲੈ ਰਹੇ ਬੰਦੇ, ਹੁਣ ਪੰਜਾਬੀ ਦੀ ਚਾਹ ਸਾਰੀ। ਹਾਂਜੀ ਹਾਂਜੀ। ਤੁਹਾਡਾ ਬੜਾ ਰੋਲ ਆ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨ ਦੀ, ਔਰ ਤੁਸੀਂ ਕੀ ਸੋਚ ਕੇ ਪੰਜਾਬੀ ਜ਼ੁਬਾਨ ਦੇ ਹੱਕ 'ਚ ਆਵਾਜ਼ ਉਠਾਈ ਔਰ ਅੱਜ ਮਾਰਕੀਟ ਦੇ ਵਿੱਚ ਜਿਹੜਾ ਵਾ ਆਪਣਾ ਇੱਕ ਨਾਂ ਬਣਾ ਗਈ ਪੰਜਾਬੀ ਜ਼ੁਬਾਨ? ਨਹੀਂ, ਮੈਂ ਇਹ ਤਾਂ ਨਹੀਂ ਕਹੂੰਗਾ ਕਿ ਇਹ ਸਾਰਾ ਕੁਝ ਮੈਂ ਕੀਤਾ। ਇਹ ਪਤਾ ਨਹੀਂ ਕਿੰਨੇ ਲੋਕ ਆ, ਕਿੰਨੇ ਲੋਕਾਂ ਦਾ ਕੰਮ ਆ, ਕਿੰਨੇ ਐਸੇ ਹਜ਼ਾਰਾਂ ਲੋਕ ਆ ਜਿਹੜੇ ਮਸ਼ਹੂਰ ਨਹੀਂ ਹੋਏ, ਜਿਨ੍ਹਾਂ ਨੇ ਪਿੱਛੇ ਬਹਿ ਕੇ ਕੰਮ ਕੀਤਾ। ਬੜੇ ਐਸੇ ਨਾਮ ਆ, ਕੋਈ ਲਖਾਰੀ, ਕੋਈ ਬੁਲਾਰ। ਸਹੀ। ਤੇ ਉਹਨਾਂ ਨੇ ਕੋਈ ਸ਼ਾਇਰ ਸਾਡੇ। ਹਾਂਜੀ। ਸਾਰਿਆਂ ਨੇ ਆਪਣਾ ਆਪਣਾ ਹਿੱਸਾ ਪਾਇਆ। ਤੁਸੀਂ ਜਿੱਦਾਂ ਗੱਲ ਕਰ ਰਹੇ ਆ, ਤੁਸੀਂ ਆਪ ਦਾ ਹਿੱਸਾ ਪਾ ਰਹੇ ਆ। ਇਹ ਇਕੱਲੇ ਬੰਦੇ ਦਾ ਕੰਮ ਵੀ ਨਹੀਂ ਸੀ। ਬਿਲਕੁਲ। ਇਹ ਸਾਰੇ ਭਰਾਵਾਂ ਦਾ ਰਲ ਕੇ ਹੀ ਇਹ ਕੰਮ ਹੋਣਾ ਸੀਗਾ। ਪਰ ਇੰਨਾ ਸ਼ੁਕਰਗੁਜ਼ਾਰ ਮੈਂ ਆਪਣੇ ਰੱਬ ਦਾ ਹੈ ਵੀ ਇਸ ਸਾਫ ਦੇ ਵਿੱਚ ਉਹਨੇ ਮੈਨੂੰ ਵੀ ਖੜਾ ਕੀਤਾ। ਠੀਕ। ਹਾਂ, ਵੀ ਮਾਂ ਬੋਲੀ ਦੀ ਖਿਦਮਤ ਕਰਨ ਵਾਲਿਆਂ ਦੀ ਸਾਫ 'ਚ ਸਾਡਾ ਵੀ ਨਾਂ ਆ ਗਿਆ। ਅੱਛਾ, ਇਹ ਅੰਜਮ ਭਾਈ ਕਿੱਦਾਂ ਤੁਹਾਡੇ ਖਿਆਲ ਦੇ ਵਿੱਚ ਆਇਆ ਵੀ ਅਸੀਂ ਵੀ ਇਹਨੂੰ ਜਿਹੜਾ ਆਪਣੀ ਪੰਜਾਬੀ ਮਾਂ ਬੋਲੀ ਆ ਇਹਨੂੰ ਲੋਕਾਂ ਨੂੰ ਦਸੀਏ? ਇਹ ਕਿੱਦਾਂ ਜ਼ਿਹਨ ਆਇਆ ਤੁਹਾਡੇ ਜ਼ਿਹਨ ਦੇ ਵਿੱਚ? ਕਿੱਥੋਂ ਆਈਡੀਆ ਆਇਆ? ਨਹੀਂ, ਮੈਂ ਤਾਂ ਜੀ ਉਹ ਵੀਡੀਓ ਬਣਾਈਆਂ ਰੱਬੀ ਸਬੱਬੀ ਬਣਾਈਆਂ ਸੀ। ਹਾਂਜੀ। ਤੇ ਉਹ ਬਣਾਈਆਂ ਫਿਰ ਮੈਂ ਆਪਣੀ ਬੋਲੀ, ਮੇਰੀ ਬੋਲੀ ਇਹੀ ਆ, ਪੰਜਾਬੀ ਆ ਤੇ ਬੋਲਣੀ ਇਹ ਆਂਦੀ। ਹਾਂਜੀ। ਤੇ ਬੰਦਾ ਗੱਲ ਇਹਦੇ 'ਚ ਕਰ ਸਕਦਾ। ਹੋਰ ਕੋਈ ਬੋਲੀ ਬੋਲੂਗਾ, ਅਬਲਾ ਬੋਲੀ ਨਹੀਂ ਜਾਣੀ, ਜਾਂ ਜੇ ਬੋਲੂਗਾ ਤੇ ਬਹੁਤੀ ਦੇਰ ਨਹੀਂ ਬੋਲੀ ਜਾਣੀ। ਜੇ ਬੋਲੀ ਤੇ ਲੋਕ ਮਖੌਲ ਕਰਨਗੇ ਵੀ ਇਹ ਕੀ ਬੋਲੀ ਜਾਂਦੇ ਆ। ਤੁਸੀਂ ਕਦੀ ਵੀ ਕਰਕੇ ਦੇਖਿਓ ਕਿ ਹੋਰ ਬੋਲੀ ਬੋਲੋਗੇ ਨਾ ਤੁਸੀਂ ਛੇਤੀ ਥੱਕ ਜਾਓਗੇ। ਹਾਂਜੀ। ਤੇ ਪੰਜਾਬੀ ਤੁਸੀਂ 24 ਘੰਟੇ ਬੋਲਦੇ ਰਹੋ, ਤੁਸੀਂ ਥੱਕਦੇ ਨਹੀਂ। ਬਿਲਕੁਲ ਜੀ। ਅੱਛਾ, ਬਾਕੀ ਅੰਜਮ ਭਾਈ ਜਿਹੜਾ ਤੁਸੀਂ ਟਨਲ ਫਾਰਮਿੰਗ ਕਰ ਰਹੇ ਇਹ ਕਿਦੋਂ ਤੋਂ ਸ਼ੁਰੂ ਕੀਤਾ ਵਾ? ਇਹ ਜਦੋਂ ਤੋਂ ਜੀ ਵੱਡੀਆਂ ਫਸਲਾਂ ਨੂੰ ਛਿੱਤਰ ਫਿਰਿਆ, ਹਾਂਜੀ, ਉਦੋਂ ਤੇ ਇਧਰ ਸਾਨੂੰ ਕਮਾਦ ਜੀ ਮਿੱਲਾਂ ਨੇ ਬੜਾ ਜ਼ਲੀਲ ਕੀਤਾ। ਬਿਲਕੁਲ ਇੰਜੀ ਹੈ ਜੀ, ਉਹ ਸਾਡੇ ਨਾਲ ਵੀ ਹੋਈ ਹੈ ਇੰਜੀ। ਤੇ ਉਹ ਮਿੱਲਾਂ ਜਦੋਂ ਜ਼ਲੀਲ ਕੀਤਾ ਫਿਰ ਕਮਾਦ ਛੱਡ ਕੇ ਉਦੋਂ ਅਸੀਂ ਇੱਧਰ ਆ ਗਏ। ਫਿਰ ਜਦੋਂ ਕਣਕ ਹੋ ਗਈ 2 ਸਾਲ ਰੁਲਦੇ, ਹਾਂਜੀ, ਤੇ ਫਿਰ ਜਮਾ ਹੀ ਅਸੀਂ ਵੱਡੀਆਂ ਫਸਲਾਂ ਛੱਡ ਕੇ ਹੁਣ ਆਪਣਾ ਸਬਜ਼ੀਆਂ ਲਾਣੇ। ਠੀਕ। ਤੇ ਇਹ ਕਿਹਦਾ ਕਾਰੋਬਾਰ ਵਾ ਤੁਹਾਡਾ ਜਾ ਰਿਹਾ ਟਨਲ ਫਾਰਮਿੰਗ ਤੁਸੀਂ ਕਰ ਰਹੇ ਜੀ? ਕਾਰੋਬਾਰ ਤਾਂ ਇਹ ਚੰਗਾ, ਪਰ ਕਾਰੋਬਾਰ ਮਿਹਨਤ ਬਹੁਤ ਮੰਗਦਾ ਹੈ। ਬਿਲਕੁਲ, ਬਹੁਤ ਬਰੀਕੀ ਦਾ ਕੰਮ ਆ, ਨਿਰੀ ਮੀਨਾਕਾਰੀ ਆ। ਵੀ 1 ਕਿੱਲੇ ਦੇ ਵਿੱਚ 40 ਬੰਦਿਆਂ ਦੀ ਲੋੜ ਆ। ਠੀਕ। ਹੁਣ ਤੁਸੀਂ ਦੇਖ ਰਹੇ ਵੀ ਪਹਿਲਾਂ ਜਿਹੜੀ ਇਹ ਜ਼ਮੀਨ ਇਹ ਦੀ ਤਿਆਰੀ ਬਹੁਤ ਖਸੂਸੀ ਕਰਨੀ ਪੈਂਦੀ। ਹਾਂਜੀ। ਫਿਰ ਆ ਸੋਟੀਆਂ ਕੱਢਣੀਆਂ, ਆ ਸਿੱਧੇ ਹੇਠਾਂ ਮਾਰਨੇ ਸਰਾਖ, ਅੱਛਾ, ਪਨੀਰੀ ਵੱਖਰੇ ਤਿਆਰ ਕਰਨੀ, ਛਾਪਰ ਹੇਠਾਂ ਵੱਖਰੇ ਬਣਾਉਣਾ। ਇਹ ਅੰਜਮ ਭਾਈ ਹਰ ਸਾਲ ਨਵੀਆਂ ਲੈਂਦੇ ਜੇ ਆ ਸੋਟੀਆਂ? ਨਹੀਂ, ਹਰ ਸਾਲ ਨਹੀਂ। ਇਹ ਕੱਢ ਜਾਂਦੀਆਂ, ਇੱਕ ਵਾਰੀ ਲਈਆਂ ਕੋਈ 2 ਸਾਲ ਕੱਢ ਜਾਂਦੀਆਂ। ਠੀਕ। ਤੇ ਅੱਛਾ, ਜਿਹੜੀ ਖੀਰਿਆਂ ਦੀ ਫਸਲ ਆ ਤੁਹਾਡੀ ਉਹ ਕੈਸੀ ਜਾ ਰਹੀ ਜਿਹੜੀ ਪਰਲੀ ਸਾਈਡ ਤੇ ਅਸੀਂ ਦੇਖ ਕੇ ਆਏ ਆ? ਖੀਰੇ ਦਾ ਰੇਟ ਤਾਂ ਐਡਾ ਹੈ ਨਹੀਂ ਐਤਕੀ। ਇਹ ਕੀ ਵਜ੍ਹਾ ਬਣੀ ਅੰਜਮ ਭਾਈ, ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਉਹਦਾ ਜਿਹੜਾ ਫਲ ਨਹੀਂ ਕਿਸਾਨ ਨੂੰ ਪੂਰਾ ਮਿਲਦਾ? ਵੀ ਬਸ ਹੁਣ ਗਾਜਰਾਂ ਜਿਹੜੀਆਂ, ਗਾਜਰ ਤੇ ਰੋਲ ਗਈ ਰੂਟੇ ਜੀ, ਗਾਜਰਾਂ ਨੂੰ ਵੀ ਵਜੇ, ਗੋਭੀ ਨੂੰ ਵੀ, ਗੋਭੀ ਬੰਦ ਗੋਭੀ ਨੂੰ ਵਜੇ। ਬਿਲਕੁਲ। ਹਾਂਜੀ, ਖਲੋ। ਹਾਂ, ਮਟਰ ਵੀ ਵਾਏ ਅਸੀਂ ਆਪ ਵਾਏ। ਤੇ ਇਦਾਂ ਕਰਕੇ ਕਿੰਨੇ ਕਿੱਲੇ ਵਾਏ ਤੁਸੀਂ ਮਟਰਾਂ ਦੇ ਆਪਣੇ? ਅਸੀਂ ਕਿੱਲਾ ਹੀ ਲਾਇਆ। ਸਹੀ। ਤੇ ਉਹ ਇਦਾਂ ਕਰਕੇ ਇਹਦੇ 'ਚ ਇਹ ਆ ਵੀ ਚਲੋ ਕੋਈ ਉਹਦਾ ਹੋ ਜਾਂਦਾ ਵਾਧਾ ਘਾਟਾ, ਪਰ ਜਿਹੜੀਆਂ ਫਸਲਾਂ ਦੀ ਐਵਰੇਜ ਹੋਵੇ ਨਾ ਚੰਗੀ। ਹੁਣ ਮਿਸਾਲ ਆ, ਖੀਰੇ ਦੇ ਰੇਟ ਘੱਟ ਆ
ਪਰ ਇਹ ਲੱਥ ਦਾ ਲੰਮਾ, ਸਹੀ, ਇਹਦੀ ਐਵਰੇਜ ਚੰਗੀ ਹੈ, ਠੀਕ, ਇਹ ਫਿਰ ਵੀ ਤੁਹਾਨੂੰ ਘਾਟਾ ਨਹੀਂ ਦਿੰਦਾ, ਖਾਤਾ ਪੂਰਾ ਕਰ ਜਾਂਦਾ। ਸਹੀ ਸਹੀ ਸਹੀ। ਹਾਂ ਬਾਕੀ ਅੰਜਮ ਭਾਈ ਜਿਹੜਾ ਤੁਸੀਂ ਸੋਲਰ ਲਾਇਆ ਸੀ ਉਹਦੀ ਮੁਕੰਮਲ ਵੀਡੀਓ ਵੀ ਪਾਈ ਆ, ਹਾਂਜੀ ਹਾਂਜੀ। ਇਹਦਾ ਲਵਾਉਣ ਦਾ ਤੁਹਾਨੂੰ ਕਿੰਨਾ ਕੁ ਹੁਣ ਫਾਇਦਾ ਹੋਇਆ ਇਹਦੇ ਨਾਲ? ਇਹਦਾ ਫਾਇਦਾ ਇਹ ਹੈ ਵੀ ਕੋਈ ਵਾਪੜਾ ਵਾਲਾ ਇੱਥੇ ਆ ਕੇ ਗੱਲ ਨਹੀਂ ਕਰ ਸਕਦਾ। ਸਹੀ, ਹਾਂ, ਉਹ ਇੱਕ ਸੁਣਾਊਗਾ, ਆਪਾਂ ਉਹਨੂੰ ਦੋ ਸੁਣਾਵਾਂਗੇ। ਸਹੀ ਵੀ ਆਪਣੇ ਕੋਲ ਤੋਂ ਵਾਪੜਾ ਵਾਲਾ ਸਿਸਟਮ ਹੀ ਹੈ, ਆਪਣਾ ਰੌਲਾ ਹੀ ਕੋਈ ਨਹੀਂ। ਸਹੀ। ਤੇ ਯਾਰ ਉਹ ਨਹੀਂ ਤੇ ਜੇ ਇਹ ਸੋਲਰ ਨਾ ਹੋਵੇ ਤੇ ਜਦੋਂ ਵਾਪੜਾ ਵਾਲੇ ਆਂਦੇ ਸਕੂਟਰ ਲੈ ਕੇ ਕੱਢ ਜਾਣ ਦਿੰਦੇ, ਇੰਜੀ ਇੰਜੀ ਆ, ਤੇ ਉਹ ਰੱਬ ਨੇ ਜਿਹੜਾ ਨਾ ਉਹ ਖੂਨ ਸਾੜਨ ਤੋਂ ਬਚ ਗਏ। ਤੇ ਇਹ ਹੁਣ ਜਦੋਂ ਦਿਲ ਕਰਿਆ ਬਟਨ ਦਬਿਆ। ਨਾਲੇ ਜਿਹੜਾ ਇਹ ਸਬਜ਼ੀ ਸੂਜੀ ਦਾ ਕੰਮ ਆ ਨਾ, ਇਹ ਬਗੈਰ ਸੋਲਰ ਤੋਂ ਹੋ ਜਾਂਦਾ। ਹੁਣ ਜ਼ਿਮੀਦਾਰਾ ਬਗੈਰ ਸੋਲਰ ਤੋਂ ਹੈ ਹੀ ਨਹੀਂ। ਇੰਜੀ ਜਿਹਨੇ ਕਰਨਾ ਨਾ ਧੱਕੇਸ਼ਾਹੀ ਕਰਨੀ, ਡੀਜ਼ਲ ਬਹੁਤ ਮਹਿੰਗਾ, ਉਹ ਧੱਕੇਸ਼ਾਹੀ ਆ। ਹਾਂਜੀ। ਅੱਛਾ ਅੰਜਮ ਭਾਈ ਇੱਕ ਆਖਰੀ ਸਵਾਲ ਔਰ ਆਖਰੀ ਗੱਲ, ਜਿਸ ਤਰ੍ਹਾਂ ਕਿ ਚੜ੍ਹਦੇ ਪੰਜਾਬ ਤੋਂ ਵੀ ਤੁਹਾਡੇ ਕੋਲ ਸਿੱਖ ਭਰਾ ਆਉਂਦੇ ਨੇ ਔਰ ਬੜਾ ਉਹ ਸਾਨੂੰ ਪਿਆਰ ਕਰਦੇ ਨੇ। ਇਸ ਤਰ੍ਹਾਂ ਹੁੰਦਾ ਵਾ ਜਿਵੇਂ ਕਹਿ ਲਓ ਵੀ ਕਈਆਂ ਚਿਰਾਂ ਦਾ ਵਿਛੜਿਆ ਬੰਦਾ ਮਿਲਦਾ ਵਾ, ਸਾਨੂੰ ਵੀ ਅਕਸਰ ਨਨਕਾਣੇ ਜਾਈਦਾ, ਜਿੱਥੇ ਮਿਲਦੇ ਤੁਹਾਡੇ ਕੋਲ ਵੀ ਆਉਂਦੇ ਨੇ, ਬੜਾ ਉਹ ਪਿਆਰ ਕਰਦੇ ਨੇ। ਤੇ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ ਟਰੈਕਟਰ ਚੱਲਦੇ ਨੇ, ਉਹਨਾਂ ਦੀ ਮਸ਼ੀਨਰੀ ਚੱਲਦੀ ਆ, ਤੇ ਉਸ ਤਰ੍ਹਾਂ ਜਿਹੜੇ ਪਾਕਿਸਤਾਨ ਦੇ ਟਰੈਕਟਰ ਨੇ ਉਹ ਨਹੀਂ ਉਹਨਾਂ ਦੇ ਮੱਦੇ ਮੁਕਾਬਲ ਵੀ। ਤੇ ਪਾਕਿਸਤਾਨੀ ਟਰੈਕਟਰ ਕੰਪਨੀਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੇ ਤੁਸੀਂ? ਸਾਡੀ ਵੀਡੀਓ ਵਿੱਚ ਕੀ ਬਿਹਤਰ ਕੀਤਾ ਜਾ ਸਕਦਾ ਜੀ? ਉਹਨਾਂ ਨੂੰ, ਕੰਪਨੀਆਂ ਨੂੰ ਤਾਂ ਮੈਂ ਇਹੀ ਕਹੂੰਗਾ ਵੀ ਠੱਗੀ ਆਓ। ਸਹੀ। ਹਾਂ, ਜਿੰਨਾ ਠੱਗ ਸਕਦੇ ਆ ਨਾ ਠੱਗ ਲਓ, ਤੁਹਾਡਾ ਟਾਈਮ। ਕਿਉਂ? ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ, ਤੁਹਾਨੂੰ ਕਹਿਣ ਵਾਲਾ ਕੋਈ ਨਹੀਂ। ਠੀਕ। ਕਿਸਾਨਾਂ ਦਾ ਵਾਲੀ ਵਾਰਸ ਕੋਈ ਨਹੀਂ। ਕੰਪਨੀ ਵਾਲੇ ਜਿੰਨਾ ਦਾ ਮਾਰ ਸਕਦੇ ਆ ਮਾਰੋ। ਸਹੀ। ਵੀ ਮੈਨੂੰ ਦੱਸੋ ਵੀ ਐਸੀ ਕਿਹੜੀ ਸ਼ਾਇਦ ਤੁਸੀਂ ਟਰੈਕਟਰਾਂ ਦੇ ਵਿੱਚ ਪਾਤੀ ਵੀ ਟਰੈਕਟਰਾਂ ਦੀ ਕੀਮਤਾਂ 3 ਗੁਣਾ ਵਧਾਤੀ? ਇੰਜੀ ਟਰੈਕਟਰ ਮਾੜੇ ਬੰਦੇ ਤੇ ਲੈਣ ਦਾ ਹੀ ਨਹੀਂ ਰਿਹਾ। ਇੰਜੀ ਹੈ ਤੇ ਕੋਈ ਜਿਹੜੀ ਅਸਲ ਜਿੰਨਾ ਸ਼ਾਮਾਂ ਦੀ ਲੋੜ ਆ ਉਹ ਵੇਚ ਟਰੈਕਟਰਾਂ ਦੇ, ਉਹ ਜਾ ਕੇ ਇੰਡੀਆ ਵਾਲੇ ਟਰੈਕਟਰ ਦੇਖੋ। ਇੰਜੀ ਹੈ ਜੀ। ਇਹ ਸਾਡੇ ਮੁਲਕ ਦੀਆਂ ਕੰਪਨੀਆਂ ਆਨੀਆਂ, ਇਹ ਦੇਖ ਨਹੀਂ ਰਹੀਆਂ ਦੂਏ ਮੁਲਕਾਂ 'ਚ ਟਰੈਕਟਰ ਕਿਵੇਂ ਦੇ ਆ ਰਹੇ ਆ ਤੇ ਸਾਨੂੰ ਇਹ ਕਿਵੇਂ ਦੇ ਰਹੇ ਆ। ਜਿਹੜੇ 2000 ਮਣ ਗੰਨੇ ਤੇ ਜਾ ਕੇ ਵਿਚਾਲਿਓਂ ਪਾਟ ਜਾਂਦੇ। ਮੈਂ ਤੁਹਾਨੂੰ ਇਸ ਸੀਜ਼ਨ ਦੇ ਵਿੱਚ ਆਪਣਾ ਰੋਡ ਦੇ ਲਾਗੇ ਸਾਡਾ ਘਰ ਆ, ਤੇ ਜਿਵੇਂ ਮੂੰਹ ਅੱਡੇ ਪਏ ਟਰੈਕਟਰਾਂ ਦੇ ਅਸੀਂ ਦੇਖਦੇ ਰਹੇ ਆ, ਤੇ ਉਹ ਕੰਪਨੀ ਵਾਲਿਆਂ ਨੂੰ ਕਹਿਣ ਸੁਣਨ ਵਾਲਾ ਹੀ ਹੈ ਨਹੀਂ। ਉਹ ਨੋਟਿਸ ਹੀ ਨਹੀਂ ਲੈਂਦਾ ਵੀ ਉਹ ਟਰੈਕਟਰ ਕਿਉਂ ਇਦਾਂ ਦੋ ਟੋਟੇ ਹੁੰਦੇ। ਹਾਂਜੀ। ਅੱਛਾ ਅੰਜਮ ਭਾਈ, ਅਸੀਂ ਵੀਡੀਓ ਜਿਹਾ ਟਰੈਕਟਰ ਦੀ ਲਾਈ ਦੀ ਹੈ ਨਾ ਆਪਣੇ 85 ਹਾਰਸ ਪਾਵਰ ਦੀ, ਤੇ ਯਕੀਨ ਜਾਣੋ ਇੰਡੀਆ ਵਾਲੇ ਭਰਾ ਕਮੈਂਟ ਕਰਦੇ ਆ ਵੀ ਜਿਹੜਾ ਤੁਸੀਂ 85 ਹਾਰਸ ਪਾਵਰ ਕੋ ਕੰਮ ਲੈਣ ਦੇ, ਸਾਡਾ 50 ਹਾਰਸ ਪਾਵਰ ਇਹ ਕੰਮ ਕਰਦਾ। ਤੇ ਫਿਰ ਹਾਰਸ ਪਾਵਰ ਸਾਡੇ 85 ਹਾਰਸ ਪਾਵਰ ਨੂੰ ਵੀ ਚੰਗਾ ਵਾ, ਤੇ ਸਾਡੀਆਂ ਕੰਪਨੀਆਂ ਦਾ ਅੱਲਾ ਹੀ ਵਾਰਿਸ ਆ ਜੀ। ਨਹੀਂ ਜੀ, ਇਹ ਤਾਂ ਸੂਰ ਖਾ ਰਿਹਾ ਇਸ ਟਾਈਮ ਫੁੱਲ ਰੂਜ ਦੇ ਉੱਤੇ। ਕੋਈ ਰੌਲਾ ਹੀ ਕੋਈ ਨਹੀਂ ਇਹਨਾਂ ਨੂੰ, ਕਿਉਂਕਿ ਉਹਨਾਂ ਨੂੰ ਕਿਹੜਾ ਕਿਸੇ ਨੇ ਕਹਿਣਾ ਸੁਣਨਾ। ਦੇਗੀ ਲੋਇਆ ਕਿਸੇ ਕੰਮ ਦਾ ਲੋਇਆ ਨਹੀਂ। ਤੇ ਉਹ ਸਾਰੀਆਂ ਕੰਪਨੀਆਂ ਇਸ ਟਾਈਮ ਠੱਗ, ਇਸ ਟਾਈਮ ਚੱਲ ਹੀ ਠੱਗਬਾਜ਼ੀ ਰਹੀ ਹੈ। ਜਿਹੜਾ ਕਿਸਾਨੀ ਨੂੰ ਹੈ ਨਾ, ਜਿਹੜਾ ਜੁੜਿਆ ਬੰਦਾ ਇਸ ਟਾਈਮ ਉਹ ਢਿੱਡ ਭਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਵੀ ਕਿਸਾਨਾਂ ਦਾ ਵਾਲੀ ਵਾਰਸ ਕੋਈ ਨਹੀਂ। ਜਿੰਨਾ ਛੁਰਾ ਮਾਰ ਹੁੰਦਾ ਮਾਰ ਲਓ। ਠੀਕ। ਚਾਹੇ ਕੋਈ ਸਪਰੇਅ ਵਾਲੀ ਕੰਪਨੀ ਹੈ, ਚਾਹੇ ਖਾਦ ਵਾਲੀ ਕੰਪਨੀ ਹੈ, ਚਾਹੇ ਟਰੈਕਟਰ ਵਾਲੀ ਕੰਪਨੀ ਹੈ, ਇਸ ਟਾਈਮ ਕੋਈ ਪੁੱਛਣ ਦੱਸਣ ਵਾਲਾ ਨਹੀਂ। ਤੁਸੀਂ ਮੰਡੀਆਂ 'ਚ ਚੱਲ ਜਾਓ, ਮੰਡੀਆਂ ਦੇ ਵਿੱਚ ਕਿਸਾਨ ਹੀ ਜਾਂਦਾ, ਮਿਲ ਮਾਲਕ ਨਹੀਂ ਨਾ ਜਾਂਦੇ। ਉੱਥੇ ਜਿਹੜਾ ਕਿਸਾਨਾਂ ਦਾ ਹਾਲ ਹੋ ਰਿਹਾ ਉਹ ਵੀ ਦੇਖਣ ਵਾਲਾ, ਕਿਉਂਕਿ ਹਰ ਜਗ੍ਹਾ ਕਿਸਾਨ ਲਾਵਾਰਸ ਆ, ਤੇ ਉਹ ਫਿਰ ਵਿੱਚ ਹੀ ਕੰਪਨੀਆਂ ਵੀ ਠੱਗ। ਅੰਜਮ ਭਾਈ, ਉਹ ਇੱਕ ਫੇਰ ਤੁਹਾਡੀ ਗੱਲ ਤੋਂ ਯਾਦ ਆ ਗਈ ਸਪਰੇਅ ਵਾਲੀ ਤੋਂ। ਸਾਡੇ ਨਾਲ ਇੱਕ ਬੰਦੇ ਨੇ 4 ਕਿੱਲਿਆਂ ਨੂੰ ਸਪਰੇਅ ਮਾਰੀ, ਗੰਦਮ ਤੇ ਜੜੀ ਬੂਟੀ ਮਾਰਨ ਵਾਲੀ, ਤੇ ਉਹ ਵਿਚਾਰੇ ਦੇ 4 ਕਿੱਲੇ ਹੀ ਸੜ ਗਏ। ਤੇ ਕੋਈ ਉਸ ਦਾ ਵਾਲੀ ਵਾਰਸ ਨਹੀਂ ਬਣਿਆ, ਬੜਾ ਉਹ ਪਿੱਟਿਆ, ਕਿਸੇ ਨੇ ਉਹਨੂੰ ਕੋਈ ਕਲੇਮ ਨਹੀਂ ਦਿੱਤਾ। ਤੇ ਉਹ ਕੀ ਤੁਸੀਂ ਪੈਗਾਮ ਦੇਣਾ ਚਾਹੁੰਦੇ ਦਵਾਈਆਂ ਵਾਲੀਆਂ ਕੰਪਨੀਆਂ ਨੂੰ ਵੀ ਥੋੜਾ ਜਿਹਾ ਜਿਹੜਾ ਕਿਸਾਨਾਂ ਦਾ ਵਾ ਉਹ ਤਾਵਨ ਕੀਤਾ ਜਾਵੇ? ਮੇਰੇ ਪੈਗਾਮ ਨਾਲ ਜੇ ਸਿੱਧਾ ਹੋਣਾ ਹੁੰਦਾ ਉਹਨਾਂ ਨੇ, ਹਾਂਜੀ, ਤਾਂ ਉਹ ਫਿਰ ਇਹ ਕੰਮ ਕਰਦੇ ਹੀ ਕਿਉਂ? ਫਿਰ ਇਹ ਕੰਮ ਕਰਦੇ ਹੀ ਕਿਉਂ? ਹਾਂਜੀ। ਤੇ ਬੜਾ ਜੀ ਜ਼ੁਲਮ ਹੋ ਰਿਹਾ ਇਸ ਟਾਈਮ। ਮੱਕੀ ਦਾ ਬੀਜ ਬਲੈਕ ਕਰਕੇ ਵੇਚ ਰਹੇ। ਠੀਕ ਹੈ। ਉਹਨਾਂ ਵਿੱਚ ਤਾਂ ਜ਼ਮੀਰ ਹੈ ਹੀ ਹੈ ਨਾ। ਕੈਸੇ ਯਾਰ ਮੁਰਦਾ ਜ਼ਮੀਰ ਬੰਦੇ ਆ ਵੀ ਉਹ ਜਿਹੜੇ ਪੈਸੇ ਵਾਲੇ ਉਹਨਾਂ ਨੇ ਖਰੀਦ ਲਏ, ਕਿਸਾਨ ਦੀ ਮਜਬੂਰੀ ਤੋਂ ਫਾਇਦਾ ਉਠਾ ਹੁਣ ਉਹ ਵੇਚਣੇ ਨੇ। ਇੱਕ ਥੈਲੀ ਪਿੱਛੇ 10-10 ਹਜ਼ਾਰ ਰੁਪਈਆ ਮਹਿੰਗੀ ਆ ਵੇਚ ਰਹੇ। ਠੀਕ। ਉਹ ਜਿਹੜੀ MRP ਦੇ ਉੱਤੇ। ਸਹੀ। ਲਓ ਜੀ, ਦੋਸਤਾਂ ਦੀ ਆਵਾਜ਼ ਆ, ਔਰ ਅੰਜਮ ਭਾਈ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਪ੍ਰੋਪਰ ਜ਼ਿਮੀਂਦਾਰਾਂ ਦੀ ਆਵਾਜ਼ ਹੀ ਉਠਾ ਰਹੇ ਨੇ। ਲਓ ਜੀ ਦੋਸਤੋ, ਕੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤੇ ਦੁਆਵਾਂ ਵਿੱਚ ਯਾਦ ਰੱਖਿਓ। ਅੱਲਾ ਦੇ ਹਵਾਲੇ। ਮਿਹਰਬਾਨੀ।